ਅੱਜ ਅਸੀਂ ਆਖਰੀ ਚरण ਵਿੱਚ ਪਹਿਲੇ ਦਿਨ ਦੇ ਪਹੁੰਚ ਗਏ ਹਾਂ, ਜਿੱਥੇ ਅਮਰਤਾ ਪ੍ਰੀਤਮ ਜੀ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਜਾਏਗਾ। ਔਰ ਇਹ ਗੱਲ ਬੜੀ ਦਿਲਚਸਪ ਹੈ ਔਰ ਧਿਆਨ ਦੇਣ ਦੀ ਮੰਗ ਕਰਦੀ ਹੈ ਕਿ ਅਮਰਤਾ ਜੀ ਦੀਆਂ ਰਚਨਾਵਾਂ ਜਿੰਨੀਆਂ ਸੰਗੀਤ ਦੇ ਵਿੱਚ ਰੁਚੀਆਂ ਹੋਈਆਂ ਨੇ, ਉਨੀ ਉਹਨਾਂ ਦੀ ਰਚਨਾ ਦਾ ਗਾਇਨ ਨਹੀਂ ਅਜੇ ਤੱਕ ਹੋਇਆ, ਰਿਕਾਰਡ ਹੋਇਆ ਜਾਂ ਚੀਜ਼ਾਂ ਸਾਹਮਣੇ ਆਈਆਂ। ਇੱਕ ਦੋ ਚੀਜ਼ਾਂ ਆਈਆਂ ਨੇ ਸੁਰਿੰਦਰ ਕੌਰ ਹੋਰਾਂ ਦਾ ਜਾਂ ਇਸ ਤਰ੍ਹਾਂ, ਤਾਂ ਅਜੇ ਕਿ ਉਪਰਾਲਾ ਸੀ ਪੰਜਾਬੀ ਵਿਭਾਗ ਵੱਲੋਂ, ਜਿਸ ਦੀ ਦੇਖ ਰੇਖ, ਜਿਸ ਦਾ ਸਹਿਯੋਗ ਪੰਜਾਬ ਆਰਟਸ ਕੌਂਸਲ ਕਰ ਰਹੀ ਹੈ। ਤੇ ਸਾਡੀ ਯੂਨੀਵਰਸਿਟੀ ਦੇ ਦੋ ਬਹੁਤ ਹੋਣਹਾਰ ਤੁਹਾਡੇ ਸਾਥੀ ਨੇਹਾ ਡੋਗਰਾ, ਜਿਹੜੇ ਕੰਪਿਊਟਰ ਸਾਇੰਸ ਦੇ ਵਿੱਚ ਆਪਣੀ PhD ਕਰ ਰਹੇ ਨੇ, ਔਰ ਨਾਲ ਸੁਨੀਲ ਸਜਲ ਜਿਹੜੇ ਮਿਊਜ਼ਿਕ ਡਿਪਾਰਟਮੈਂਟ ਦੇ ਵਿਦਿਆਰਥੀ ਨੇ ਔਰ ਉਹ ਵੀ PhD ਕਰ ਰਹੇ ਨੇ। ਇਹ ਦੋਨੋਂ ਹੋਣਹਾਰ ਸਾਡੇ ਕਲਾਕਾਰ ਅੱਜ ਅਮਰਤਾ ਪ੍ਰੀਤਮ ਜੀ ਦੀਆਂ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਪਹਿਲਾ ਗੀਤ ਜੁਗਲਬੰਦੀ ਦੇ ਰੂਪ ਵਿੱਚ ਨੇਹਾ ਡੋਗਰਾ ਔਰ ਸੁਨੀਲ ਸਜਲ ਪੇਸ਼ ਕਰਨਗੇ। ਫਿਰ ਤੈਨੂੰ ਯਾਦ ਕੀਤਾ, ਅੱਗ ਨੂੰ ਚੁੰਮਿਆ ਸਾਂ। ਅਸਲ ਵਿੱਚ ਇਸ਼ਕ ਦਾ ਅਨੁਭਵ ਇੱਕ ਅੱਗ ਨੂੰ ਪਛਾਣਨ ਵਾਂਗ ਹੈ। ਜਿਸ ਤਰ੍ਹਾਂ ਜਿਗਰ ਮੁਰਾਦਾਬਾਦੀ ਹੋਰਾਂ ਨੇ ਵੀ ਲਿਖਿਆ ਕਿ ਇਹ ਇਸ਼ਕ ਨਹੀਂ ਆਸਾਂ, बस इतना समझ लीजिए एक आग का दरिया है और डूब के जाना है। दुष्यंत कुमार ने भी इश्क के एक होर रंग नूं, मुहब्बत के एक होर रंग नूं लिखिया कि मेरे सीने में नहीं सो तेरे सीने में सही, मेरे सीने में नहीं तो तेरे सीने में सही, हो कहीं भी आग लेकिन आग जलनी चाहिए। एक मेरा अपना शेर सी कि होरां वांगू नेरा ढाउंदे रात बराते जी लैना सी, दिल नूं जेकर अग न लगदी मैं चानण तो की लैना सी। इस तरह धरती दी मुहब्बत दी ये अग, जिस विच सेक दे नाल नाल रोशनी भी हुंदी है, उस अग नूं अमरता होरां ने अपनी रचना दे विच लिया। फिर तैनूं याद कीता, अग नूं चुम्मिया सां, इश्क प्याला जहर दा एक घुट फिर मंगिया सा। नेहा डोगरा और सुनील सजल जुगलबंदी के रूप में अमरता जी की रचना नाल अज की इस शाम का आगाज करें।
ਆਸ ਦਾ ਸੰਬੰਧ ਹੈ, ਪਰ ਇਸ਼ਕ ਵਿੱਚ ਬਹੁਤ ਵਕਤ ਐਸੇ ਵੀ ਆਉਂਦੇ ਆ ਜਦੋਂ ਅਗਲੇ ਤੋਂ ਸਾਹਮਣੇ ਵਾਲੇ ਤੋਂ ਵਿਸ਼ਵਾਸ ਚਲਾ ਜਾਂਦਾ ਹੈ, ਬਹੁਤ ਵਾਰ ਆਪਣੇ ਤੋਂ ਵਿਸ਼ਵਾਸ ਚਲਾ ਜਾਂਦਾ ਹੈ। ਮੈਂ ਇੱਕ ਸ਼ੇਰ ਸ਼ਾਇਦ ਕਿਤੇ ਲਿਖਿਆ ਸੀ ਕਿ ਕੀੜੀ ਹਰ ਸ਼ਾਖ ਤੋਂ ਖੇੜਾ ਬੇਗਾਨਾ ਹੋਣ ਵਾਲਾ ਸੀ, ਮੇਰੇ ਵਿੱਚ ਠਹਿਰਿਆ ਮੌਸਮ ਰਵਾਨਾ ਹੋਣ ਵਾਲਾ ਸੀ, ਸਫ਼ਰ ਵਿੱਚ ਫਾਸਲਾ ਵੀ ਨਾਲ ਹੀ ਚੱਲੀ ਗਿਆ ਸਾਡੇ, ਮੈਂ ਜਿਸ ਤੱਕ ਪਹੁੰਚਣਾ ਸੀ ਉਹ ਰਵਾਨਾ ਹੋਣ ਵਾਲਾ ਸੀ। ਅਮਰਤਾ ਜੀ ਸ਼ਾਇਦ ਇਸ ਕਿਸਮ ਦੀ ਮਾਨਸਿਕਤਾ ਵਿੱਚ ਬੈਠ ਕੇ ਉਹਨਾਂ ਨੇ ਇੱਕ ਖੂਬਸੂਰਤ ਰਚਨਾ ਕੀਤੀ, ਵੇ ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ, ਉਹ ਮੇਰੀ ਠੰਡੀ ਘੁੱਟ ਦਿਆ ਮਿੱਤਰਾ ਕਹਿ ਦੇ ਜੋ ਕੁਝ ਕਹਿਣਾ। ਇਸ ਖੂਬਸੂਰਤ ਰਚਨਾ ਨੂੰ ਸਾਡੇ ਸਾਹਮਣੇ ਸਾਡਾ ਹੋਣਹਾਰ ਗਾਇਕ ਸੁਨੀਲ ਸੱਜਲ ਪੇਸ਼ ਕਰੇਗਾ। ਵੇ ਮੈਂ ਤਿੜਕੇ ਘੜੇ ਦਾ ਪਾਣੀ। ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ, ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ, ਕੱਲ ਤੱਕ ਨਹੀਂ
ਕੇ ਤੇਰੀ ਰੇ ਵਰਗੀ ਇਸ ਪਾਣੀ ਦੀ ਮਜਬੂਰੀ ਪਾਣੀ ਦੀ ਮਜਬੂਰੀ ਪਾਣੀ ਦੀ ਮਜਬੂਰੀ ਵੇਖ ਕੇ ਤੇਰੀ ਰੇ ਵਰਗੀ ਇਸ ਪਾਣੀ ਦੀ ਮਜਬੂਰੀ ਪਾਣੀ ਦੀ ਮਜਬੂਰੀ ਨਾ ਇਸ ਤੇਰੀ ਰੇ ਸੰਗ ਤੁਰਨਾ ਨਾ ਇਸ ਤੇਰੀ ਰੇ ਸੰਗ ਤੁਰਨਾ ਨਾ ਇਸ ਇੱਥੇ ਬਹਿਣਾ ਮੈਂ ਕੱਲ ਤੱਕ ਵੇ ਮੈਂ ਤਿੜ ਕੇ ਖੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਕੱਲ ਤੱਕ ਨਹੀਂ ਰਹਿਣਾ ਕੱਲ ਤੱਕ ਨਹੀਂ ਅਮਰਤਾ ਪ੍ਰੀਤਮ ਨੂੰ ਆਪਣੇ ਜੀਵਨ ਕਾਲ ਰਚਨਾ ਕਾਲ ਦੌਰਾਨ ਆਪਣੀਆਂ 3 ਪੀੜ੍ਹੀਆਂ ਨਾਲ ਵਿਚਰਨ ਦਾ ਮੌਕਾ ਮਿਲਿਆ। ਉਹ ਲਿਖਦੇ ਆ ਕਿ ਪਹਿਲੀ ਪੀੜ੍ਹੀ ਜੋ ਮੇਰੇ ਤੋਂ ਵੱਡੀ ਉਮਰ ਦੇ ਸੀ ਉਹ ਮੈਨੂੰ ਨਿਆਣੀ ਜੀ ਉਮਰ ਦੀ ਕੁੜੀ ਸਮਝਦੇ ਸੀ ਜਿਹਨੂੰ ਬੜੇ ਸੌਖੇ ਤਰੀਕੇ ਨਾਲ ਵਰਗਲਾਇਆ ਜਾ ਸਕਦਾ। ਉਹਨਾਂ ਦਾ ਮੇਰੇ ਬਾਰੇ ਇਹ ਨਜ਼ਰੀਆ ਸੀ। ਜਿਹੜੀ ਦੂਜੀ ਪੀੜ੍ਹੀ ਅਮਰਤਾ ਜੀ ਦੇ ਹਾਣ ਦੀ ਸੀ ਉਹਦੇ ਵਿੱਚੋਂ ਬਹੁਤੇ ਲੇਖਕ ਆਪਣੇ ਆਪ ਨੂੰ ਅਮਰਤਾ ਦੇ ਆਸ਼ਕ ਸਮਝਦੇ ਰਹੇ। ਇਸ ਕਰਕੇ ਅਮਰਤਾ ਨੇ ਉਹਨਾਂ ਵੱਲ ਦਰ ਭੀੜਕ ਰੱਖੀ। ਤੀਜੀ ਪੀੜ੍ਹੀ ਜਿਹਦੇ ਬਾਰੇ ਅਮਰਤਾ ਜੀ ਨੇ ਕਿਹਾ ਕਿ ਮੈਂ ਇਸ ਪੀੜ੍ਹੀ ਦੇ ਨਾਲ ਵਿਚਰ ਕੇ ਸੁੱਖ ਦਾ ਸਾਹ ਲਿਆ, ਜਿਹੜੀ ਪੀੜ੍ਹੀ ਅੱਜ ਇੱਥੇ ਸਾਡੇ ਸਾਹਮਣੇ ਬੈਠੀ ਹੋਈ ਹੈ, ਕਜ਼ਾਕ ਸਾਹਿਬ ਤੋਂ ਲੈ ਕੇ ਜਸਪੀਰ ਭੁੱਲਰ ਸਾਹਿਬ ਤੇ ਹੋਰ ਸਾਰੇ ਉਹ ਲੇਖਕ, ਕਿਉਂ ਇਹਨਾਂ ਪੀੜ੍ਹੀਆਂ ਦੇ ਪਾੜੇ ਵਿੱਚ ਜਿਸ ਕਿਸਮ ਦੀ ਅਮਰਤਾ ਜੀ ਦੀ ਮਾਨਸਿਕਤਾ ਬਣੀ, ਪੱਤਰਕਾਰੀ, ਪੰਜਾਬੀ ਪੱਤਰਕਾਰੀ ਤੋਂ ਲੈ ਕੇ ਪੰਜਾਬੀ ਲੇਖਕਾਂ ਦੇ ਸਾਥ ਵਿੱਚ, ਤੇ ਬਲਵੰਤ ਗਾਰਗੀ ਹੋਰਾਂ ਨੇ ਉਹਨਾਂ ਨੂੰ ਇੱਕ ਗੱਲਬਾਤ ਦੇ ਵਿੱਚ ਪੁੱਛਿਆ ਕਿ ਅੱਜ ਕੱਲ੍ਹ ਕਵਿਤਾ ਦੀ ਫੁਲਕਾਰੀ ਕਿਹੜੀ ਸੂਈ ਨਾਲ ਕੱਢ ਰਹੇ ਹੋ? ਤਾਂ ਅਮਰਤਾ ਹੋਰਾਂ ਨੇ ਕਿਹਾ ਕਿ ਅੱਜ ਕੱਲ੍ਹ ਮੈਂ ਨਫ਼ਰਤ ਦੀ ਸੂਈ ਨਾਲ ਇਹ ਫੁਲਕਾਰੀ ਕੱਢਦੀ ਹਾਂ। ਪਰ ਸਮੇਂ ਦੇ ਬੀਤਣ ਨਾਲ ਜਦੋਂ ਇੱਕ ਵਕਤ ਆਇਆ ਕਿ ਦੇਸ਼ ਦੀ ਵੰਡ ਹੋਈ, ਜਿਹਦੇ ਵਿੱਚ ਅਮਰਤਾ ਹੋਰਾਂ ਨੂੰ ਵੀ ਗੁਜਰਾਂਵਾਲਾ ਤੇ ਲਾਹੌਰ ਛੱਡ ਕੇ ਹਿੰਦੁਸਤਾਨ ਵਾਲੇ ਪਾਸੇ ਆਉਣਾ ਪਿਆ। ਕੁਝ ਸਮਾਂ ਉਹ ਦੇਹਰਾਦੂਨ ਰਹੇ ਤਾਂ ਗਾਰਗੀ ਹੋਰੀ ਫਿਰ ਉੱਥੇ ਉਹਨਾਂ ਨੂੰ ਮਿਲੇ ਤੇ ਪੁੱਛਿਆ ਕਿ ਹੁਣ ਕਵਿਤਾ ਇਹ ਨਫ਼ਰਤ ਦੀ ਸੂਈ ਨਾਲ ਹੀ ਕੱਢੀ ਜਾ ਰਹੀ ਹੈ? ਤਾਂ ਉੱਥੇ ਫਿਰ ਅਮਰਤਾ ਨੇ ਕਿਹਾ ਕਿ ਹੁਣ ਮੈਂ ਨਫ਼ਰਤ ਛੱਡ ਦਿੱਤੀ ਹੈ, ਹੁਣ ਮੈਂ ਕਵਿਤਾ ਨੂੰ ਮੁਹੱਬਤ ਦੀ ਸੂਈ ਨਾਲ ਕੱਢਣਾ ਸ਼ੁਰੂ ਕਰ ਦਿੱਤਾ, ਕਿਉਂਕਿ ਨਫ਼ਰਤ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਕਿ ਮੈਂ ਹੁਣ ਨਫ਼ਰਤ ਨੂੰ ਨਫ਼ਰਤ ਕਰਨ ਲੱਗ ਪਈ ਹਾਂ। ਤੇ ਇਸ ਕਵਿਤਾ ਦੀ ਫੁਲਕਾਰੀ ਦਾ ਅਗਲਾ ਰੰਗ ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਨੇਹਾ ਹੋਰੀ ਇਕੱਲੇ ਇਸ ਗੀਤ ਨੂੰ ਗਾਉਣਗੇ। ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। Chand
गाकर पर देवी अंबर गंगा गाकर पर देवी अंबर गंगा गाकर पर देवी दरदादा दरियाओ केड़ा मुट परे दरदादा दरियाओ केड़ा मुट परे दरदादा दरियाओ केड़ा मुट परे मुट परे मुट परे अपने वल्लों सारी बात मुका बैठे अपने वल्लों सारी बात मुका बैठे अपने वल्लों सारी बात मुका बैठे हाले भी एक मौका तेरी गल करे हाले भी एक मौका तेरी गल करे हाले भी एक मौका तेरी गल करे गल करे गल करे ਸੁਨੀਲ ਸਜਲ ਅਮਰਤਾ ਜੀ ਦਾ ਇੱਕ ਗੀਤ ਪੇਸ਼ ਕਰਨਗੇ ਸਾਈਂ ਵੇ ਤੇਰੇ ਚਰਖੇ ਨੇ ਕੱਤ ਲਈ ਕੱਤਣ ਵਾਲੇ। ਇਹ ਵੀ ਸ਼ਾਇਦ ਇਸ਼ਕ ਵਿੱਚ ਦੂਜੇ ਵਿੱਚ ਅਭੇਦ ਹੋ ਜਾਣ ਦੀ ਕਹਾਣੀ ਹੈ, ਜਿੱਥੇ ਖੁਦ ਜਿਵੇਂ ਗਾਲਿਬ ਸਾਹਿਬ ਨੇ ਕਿਹਾ ਸੀ ਕਿ ਮੁਹੱਬਤ में नहीं है फर्क जीने और मरने में उसी को देख कर जीते हैं जिस कातिल के दम निकले। ये शायद एक दूजे विच अभेद हो जाने की कहानी है। सुनील सजल। भर भर के अजरूं सप्त समुंदर पैरां अगे काबा परले बने सोई वे तेरी चरखी अज कतले आप सोई वे तेरी चरखी अज कतले आप कतने वाली सोई वे तेरी चरखी अज कतले आप कतने वाली सोई वे तेरी चरखी अज कतले आप कतने वाली हर एक मुद्दा पक्षी पाया ना कोई गया ते ना कोई आया हर एक मुद्दा पक्षी पाया ना कोई गया ते ना कोई आया हाय अल्लाह अज की बढ़िया हाय अल्लाह अज की बढ़िया इस छोटे कमरे वाली साई ने तेरे चरखे अज कतले आ कतने वाली साई ने तेरे चरखे अज कतले आ कतने वाली
ਲੱਭਦਾ ਯਤਨ ਵਾਲੀ ਨੂੰ ਸਾਈਂ ਵੇ ਤੇਰੇ ਚਰਖੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ ਸਾਈਂ ਵੇ ਤੇਰੇ ਚਰਖੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ ਕਿਸੇ ਨਾ ਦਿੱਤੀ ਕਿਸੇ ਨਾ ਮੰਗੀ ਦੂਜੇ ਕੰਨੀ ਵਾਜ਼ ਨਾ ਲੰਗੀ ਕਿਸੇ ਨਾ ਦਿੱਤੀ ਕਿਸੇ ਨਾ ਮੰਗੀ ਦੂਜੇ ਕੰਨੀ ਵਾਜ਼ ਨਾ ਲੰਗੀ ਅੰਬਰ ਹੱਸ ਕੇ ਵੇਖਣ ਲੱਗਾ ਅੰਬਰ ਹੱਸ ਕੇ ਵੇਖਣ ਲੱਗਾ ਇਸ ਢਾਰੇ ਛੱਤਣ ਵਾਲੀ ਨੂੰ ਸਾਈਂ ਵੇ ਤੇਰੇ ਚਰਖੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ ਸਾਈਂ ਵੇ ਤੇਰੇ ਚਰਖੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ ਸਾਈਂ ਵੇ ਤੇਰੇ ਚਰਖੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ ਅਮਰਤਾ ਜੀ ਦੀ ਕਾਵਿ ਯਾਤਰਾ ਬਾਰੇ ਅਸੀਂ ਸਭ ਜਾਣਦੇ ਹਾਂ ਕਿ ਉਹਨਾਂ ਨੇ ਪਿਆਰ ਦੀ ਕਵਿਤਾ ਤੋਂ ਸ਼ੁਰੂ ਕੀਤਾ ਫਿਰ ਸਮੇਂ ਦੇ ਨਾਲ ਅਗਾਂਹ ਵਧੂ ਲਹਿਰ ਨਾਲ ਤਾਲਮੇਲ ਹੋਇਆ ਤਾਂ ਉਹਦੇ ਵਿੱਚ ਫਿਰ ਹੱਕ ਲੈਣ ਦੇ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ ਵਰਗੀਆਂ ਰਚਨਾਵਾਂ ਵੀ ਉਹਨਾਂ ਦੀ ਕਲਮ ਤੋਂ ਆਈਆਂ। ਜਦੋਂ ਸਰਗੀ ਵੇਲਾ ਨਾਂ ਦੀ ਕਿਤਾਬ ਲਿਖ ਰਹੇ ਸੀ ਤੇ ਉਸ ਸਮੇਂ ਦੇਸ਼ ਨਵਾਂ ਆਜ਼ਾਦ ਹੋਇਆ ਸੀ ਤੇ ਬਹੁਤ ਕੁਝ ਨਵਾਂ ਵਿਉਂਤਣ ਦੀ ਜ਼ਰੂਰਤ ਸੀ, ਸਹਿਕਾਰਤਾ ਦਾ ਜ਼ਮਾਨਾ ਸੀ ਤੇ ਮਿਲ ਜੁਲ ਕੇ ਦੇਸ਼ ਬਣਾਉਣ ਦਾ ਇੱਕ ਵਕਤ ਆ ਗਿਆ ਸੀ। ਉਸ ਸਮੇਂ ਅਮਰਤਾ ਜੀ ਨੇ ਲੋਕ ਨਾਚਾਂ ਦੀ ਤਰਜ਼ ਉੱਤੇ 5-6 ਰਚਨਾਵਾਂ ਇਸ ਤਰ੍ਹਾਂ ਲਿਖੀਆਂ ਜਿਵੇਂ ਸੰਮੀ, ਗਿੱਧਾ, ਝੂਮਰ, ਢੋਲਾ, ਇਸ ਤਰ੍ਹਾਂ। ਤੇ ਹੁਣ ਜਿਹੜੀ ਅਸੀਂ ਰਚਨਾ ਸੁਣਾਂਗੇ ਜੁਗਲਬੰਦੀ ਦੇ ਰੂਪ ਵਿੱਚ ਲਾਹੌਰ ਸੁਨੀਲ ਹੋਰਾਂ ਤੋਂ, ਉਹ ਝੂਮਰ ਦੇ ਸਿਰਲੇਖ ਵਿੱਚ ਹੈ ਜਿਸ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਲੀ ਕਿਸਾਨ ਔਰਤ ਕਹਿੰਦੀ ਹੈ, ਮੈਂ ਤੈਨੂੰ ਆਖਿਆ ਖੇਤਾਂ ਦੇ ਵਿੱਚ ਆ ਭਲਾ, ਮੈਂ ਗੋਡਾਂਗੀ ਪੈਲੀਆਂ ਤੂੰ ਕਿਆਰੇ ਕੱਢਦਾ ਆ ਭਲਾ। ਬੇਸ਼ੱਕ ਅਮਰਤਾ ਜੀ ਦਾ ਅਨੁਭਵ ਕਿਸਾਨੀ ਦਾ ਨਹੀਂ ਸੀ, ਪਰ ਫਿਰ ਵੀ ਕਵੀ ਦੀ ਆਪਣੀ ਇੱਕ ਦ੍ਰਿਸ਼ਟੀ ਹੈ, ਕਵੀ ਦਾ ਆਪਣਾ ਇੱਕ ਪਹੁੰਚ ਹੁੰਦੀ ਹੈ ਉਹ ਜਿਹੜੀਆਂ ਜਗ੍ਹਾ ਤੇ ਜਾ ਸਕਦਾ ਹੈ। ਤਾਂ ਇਸ ਰਚਨਾ ਵਿੱਚੋਂ ਅਸੀਂ ਅਮਰਤਾ ਜੀ ਦਾ ਇੱਕ ਅਲੱਗ ਪੱਖ ਦੇਖਦੇ ਹਾਂ, ਝੂਮਰ। ਜੋ ਤੈਨੂੰ ਆਖਿਆ ਹਾਏ ਖੇਤਾਂ ਦੇ ਵਿੱਚ ਆ ਬੜਾ ਮੈਂ ਜੋ ਤੈਨੂੰ ਆਖਿਆ ਹਾਏ ਖੇਤਾਂ ਦੇ ਵਿੱਚ ਆ ਬੜਾ ਮੈਂ ਗੋਡਾਂ ਦੀ ਪੈੜੀਆਂ ਤੂੰ ਕਿਆਰੇ ਕੱਢਦਾ ਜਾ ਭਲਾ ਮੈਂ ਜੋ ਤੈਨੂੰ ਆਖਿਆ ਮੈਂ ਜੋ ਤੈਨੂੰ ਆਖਿਆ ਹਾਏ ਖੇਤਾਂ ਦੇ ਵਿੱਚ ਆ ਭਲਾ ਮੈਂ ਜੋ ਤੈਨੂੰ ਆਖਿਆ ਹਾਏ ਖੇਤਾਂ ਦੇ ਵਿੱਚ ਆ ਭਲਾ ਕਣਕ ਚੂ ਬੀਜਾਂ ਮੈਂ ਕੁੜੇ ਤੂੰ ਪਾਣੀ ਦੇਂਦੀ ਜਾਂ ਭਲਾ ਮੈਂ ਜੋ ਤੈਨੂੰ ਆਖਿਆ
ਰੱਖ ਰੱਖ ਮੈਂ ਹੋਈ